Good morning, students. बेटे library resources and art in education the topic करांगे Henry Fayol's principle of scientific management. पिछले lecture ਦੇ ਵਿੱਚ ਆਪਾਂ ਪਹਿਲੇ ਜਿਹੜੇ ਹੈਗੇ ਆ 8 ਪ੍ਰਿੰਸੀਪਲਸ ਜਿਹੜੇ ਨੇ ਹੈਨਰੀ ਫਾਇਲ ਦੁਆਰਾ ਦਿੱਤੇ ਹੋਏ ਉਹਨਾਂ ਨੂੰ ਡਿਸਕਸ ਕੀਤਾ ਸੀ, ਜਿਸ ਦੇ ਵਿੱਚ ਫਰਸਟ ਸੀ ਡਿਵੀਜ਼ਨ ਆਫ ਵਰਕ, ਕੰਮ ਦੀ ਜਿਹੜੀ ਹੈ ਵੰਡ ਕਰ ਦੇਣੀ ਕਿ ਅਕੋਰਡਿੰਗ ਟੂ देयर क्वालिफिकेशन ਜਿਹੜੀ ਆ ਕੰਮ ਦੀ ਵੰਡ ਹੋ ਜਾਣੀ ਚਾਹੀਦੀ। ਇੱਕ ਲਾਇਬ੍ਰੇਰੀਅਨ ਜਿਹੜਾ ਕੰਮਾਂ ਦੀ ਵੱਖ-ਵੱਖ ਵੰਡ ਕਰ ਦੇਵੇ ਤੇ ਜਿਸ ਦੇ ਨਾਲ ਕਿ ਕੰਮ ਦੇ ਵਿੱਚ ਜਿਹੜੀ ਆ ਇੱਕ ਕੁਆਲਿਟੀ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀ ਸਕਿੱਲ ਡਿਵੈਲਪ ਹੋ ਸਕੇ। ਅਥਾਰਟੀ ਐਂਡ ਰਿਸਪੌਂਸਿਬਿਲਟੀ ਤੇ ਇੱਕ ਲਾਇਬ੍ਰੇਰੀਅਨ ਨੂੰ ਫੁੱਲ ਅਥਾਰਟੀ ਐਂਡ ਰਿਸਪੌਂਸਿਬਿਲਟੀ ਹੋਣੀ ਚਾਹੀਦੀ ਹੈ ਕਿ ਉਹ ਆਪਣੇ ਅਕੋਰਡਿੰਗਲੀ ਜਿਹੜੀ ਹੈ ਬੁੱਕਸ ਨੂੰ ਪਰਚੇਸ ਕਰ ਸਕੇ ਤੇ ਆਪਣੀ ਜ਼ਿੰਮੇਵਾਰੀ ਦੇ ਅਨੁਸਾਰ ਹੀ ਜਿਹੜਾ ਹੈ ਆਪਣਾ ਵਰਕ ਕਰ ਸਕੇ। ਨੈਕਸਟ ਜਿਹੜਾ ਡਿਸਿਪਲਿਨ ਅਕੋਰਡਿੰਗ ਟੂ ਟਾਈਮਿੰਗ ਹੋਣਾ ਚਾਹੀਦਾ ਹੈ, ਵੀ ਟਾਈਮ ਪੰਚੁਅਲਿਟੀ ਹੋਣੀ ਚਾਹੀਦੀ ਹੈ। ਨੈਕਸਟ ਹੈ ਕਮਾਂਡ ਜਿਹੜਾ ਵਾਲਾ ਸਿਰਫ ਇੱਕੋ ਹੀ ਬੋਸ ਹੋਣਾ ਚਾਹੀਦਾ ਹੈ। ਨੈਕਸਟ ਡਾਇਰੈਕਸ਼ਨ, ਵੀ ਜਿਹੜਾ ਸਾਡਾ ਬੋਸ ਹੈ ਜਾਂ ਸਾਡੇ ਹੋਰ ਉਸ ਤੋਂ ਬਾਅਦ ਸਬੋਰਡੀਨੇਟ ਬੋਸ ਨੇ ਤਾਂ ਜਿਹੜੇ ਸਾਰਿਆਂ ਦੇ ਇੱਕੋ ਹੀ ਸੇਮ ਡਿਮਾਂਡ ਹੋਣੀ ਚਾਹੀਦੀ ਇੱਕ ਟਾਈਮ ਦੇ ਉੱਤੇ, ਯਾਨੀ ਕਿ ਇੱਕੋ ਹੀ ਕੰਮ ਵੱਲ ਉਹਨਾਂ ਦਾ ਸਟ੍ਰੈਸ ਹੋਣਾ ਚਾਹੀਦਾ ਹੈ। ਜਿਹੜਾ ਕੰਮ ਮੇਨ ਹੈ ਉਸੇ ਨੂੰ ਜਿਹੜਾ ਹੈ ਫਸਟ ਪ੍ਰੈਫਰੈਂਸ ਦਿੱਤੀ ਜਾਣੀ ਚਾਹੀਦੀ ਹੈ। ਨੈਕਸਟ ਹੈ ਸਬੋਰਡੀਨੇਸ਼ਨ ਆਫ ਇੰਡੀਵਿਜੂਅਲ ਟੂ ਜਨਰਲ ਇੰਟਰਸਟ, ਯਾਨੀ ਕਿ ਇੱਕ ਜਿਹੜਾ ਵਰਕਰ ਹੈ ਉਸ ਨੂੰ ਵੀ ਆਪਣੀਆਂ ਪਰਸਨਲ ਜਿਹੜੇ ਇੰਟਰਸਟ ਨੂੰ ਸਾਈਡਸ ਤੇ ਰੱਖ ਕੇ ਆਪਣੀ ਇੱਕ ਇੰਸਟੀਚਿਊਟ ਦੀ ਜਾਂ ਇੱਕ ਲਾਇਬ੍ਰੇਰੀ ਦੇ ਜਨਰਲ ਇੰਟਰਸਟ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ। ਨੈਕਸਟ ਹੈ ਰੈਗੂਲੇਸ਼ਨ ਆਫ ਪਰਸਨਲ, ਯਾਨੀ ਕਿ ਤਨਖਾਹ ਵਰਕਰਸ ਦੀ ਜਿਹੜੀਆਂ ਤਨਖਾਹ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਕਿ ਉਸਦੀ ਤਨਖਾਹ ਅਕੋਰਡਿੰਗ ਟੂ देयर ਕੁਆਲੀਫਿਕੇਸ਼ਨ ਸਕਿੱਲਸ ਐਂਡ ਐਕਸਪੀਰੀਅੰਸ ਦੇ ਹਿਸਾਬ ਨਾਲ ਜਿਹੜੀ ਉਹਨਾਂ ਦੀ ਸੈਲਰੀ ਹੋਣੀ ਚਾਹੀਦੀ ਹੈ। ਨੈਕਸਟ ਹੈ ਸੈਂਟਰਲਾਈਜੇਸ਼ਨ, ਯਾਨੀ ਕਿ ਜਿਹੜੇ ਵੱਖਰੇ ਜਿੰਨੇ ਵੀ ਡਿਪਾਰਟਮੈਂਟਸ ਦੀਆਂ ਲਾਇਬ੍ਰੇਰੀਆਂ ਨੇ ਉਹ ਸਾਰੀਆਂ ਜਿਹੜੀਆਂ ਨੇ ਉਹ ਸੈਂਟਰਲ ਲਾਇਬ੍ਰੇਰੀ ਨਾਲ ਟਾਈਪ ਕਰਕੇ ਉੱਥੋਂ ਹੀ ਜਿਹੜੀ ਆਪਣੀ ਡਿਮਾਂਡਸ ਨੂੰ ਕੰਪਲੀਟ ਕਰ ਸਕਣ ਤੇ ਜਿਸ ਦੇ ਨਾਲ ਕਿ ਉਹਨਾਂ ਦੀ ਵੇਸਟੇਜ ਆਫ ਟਾਈਮ ਔਰ ਵੇਸਟੇਜ ਆਫ ਮਨੀ ਨਾ ਹੋ ਕੇ ਰਿਕੁਆਇਰਮੈਂਟ ਵੀ ਸਭ ਦੀ ਪੂਰੀ ਹੋਵੇ ਤੇ ਲਾਇਬ੍ਰੇਰੀ ਦਾ ਰਿਕਾਰਡ ਵੀ ਜਿਹੜਾ ਹੈ ਕੰਪਲੀਟ ਹੁੰਦਾ ਰਹੇ। ਠੀਕ ਹੈ ਜੀ। ਨੈਕਸਟ ਪੁਆਇੰਟ ਬੇਟਾ ਆ ਜਾਂਦਾ ਆਪਣਾ ਸਕੇਲਰ ਚੇਨ। ਨੈਕਸਟ ਹੈ ਸਕੇਲਰ ਚੇਨ। ਹੁਣ ਸਕੇਲਰ ਚੇਨ ਦੀ ਗੱਲ ਕਰੀਏ ਤਾਂ ਕਹਿੰਦੇ ਸਕੇਲਰ ਚੇਨ ਕੀ ਹੁੰਦੀ ਹੈ, ਕਹਿੰਦੇ ਇੱਕ ਪਰਸਨ ਜਿਹੜਾ ਇੱਕ ਮੈਂ ਤੁਹਾਨੂੰ ਇੱਕ ਡਾਇਗਰਾਮ ਦੇ ਦੁਆਰਾ ਸ਼ੋ ਕਰਦੀ ਹਾਂ, ਜਿਵੇਂ ਦੇ ਵਿੱਚ बेटे स्केलर चेन के अकॉर्डिंगली देखो कहंदे ए ਜਿਹੜਾ ਹੈ b ਤੇ l ਜਿਹੜੇ ਹੈ a ਦੇ ਅੰਡਰ ਕੰਮ ਕਰ ਰਹੇ ਨੇ ਤਾਂ a ਜਿਹੜਾ b ਤੇ l ਦੋਨਾਂ ਨੂੰ ਕਮਾਂਡ ਦੇ ਰਹੇ ਫਿਰ b ਤੇ l ਕਿਹਨੂੰ ਕਮਾਂਡ ਦਿੰਦੇ ਨੇ c ਤੇ m c ਤੇ m ਕਿਹਨੂੰ ਦਿੰਦੇ c d ਨੂੰ m n ਨੂੰ d e ਨੂੰ n o ਨੂੰ f e f ਨੂੰ ਤੇ o p ਨੂੰ f g ਨੂੰ ਤੇ p q ਇਸ ਤਰੀਕੇ ਨਾਲ ਜਿਹੜੇ ਸਬੋਰਡੀਨੇਟ ਕੰਮ ਕਰਦੇ ਨੇ ਮਤਲਬ ਸਾਡੇ ਅੰਡਰ ਜਿਹੜਾ ਹੈ ਉਹ ਕੰਮ ਕਰਦੇ ਨੇ। ਤਾਂ ਜਿਹੜਾ ਇਥੋਂ ਨਿਕਲਿਆ ਹੋਇਆ ਜਿਹੜਾ ਸਾਡਾ ਆਰਡਰ ਸੀ ਹੈ ਜਿਹੜੇ ਸਾਡੇ ਕਮਾਂਡ ਸੀ ਜਿਹੜੇ ਸਾਨੂੰ ਕੋਈ ਵੀ ਗੱਲ ਕਹੀ ਜਾਂਦੀ ਸੀ ਤਾਂ ਆਖਿਰ ਚ ਇੱਥੇ ਜਾ ਕੇ ਜਿਹੜੀ ਪਹੁੰਚਦੀ ਸੀ। ਇਸ ਨਾਲ ਕੀ ਹੁੰਦਾ ਕਹਿੰਦੇ ਵੇਸਟੇਜ ਆਫ ਟਾਈਮ ਔਰ ਵੇਸਟੇਜ ਆਫ ਮੈਨ ਪਾਵਰ ਵੀ ਹੁੰਦੀ ਹੈ। ਤਾਂ ਉਸ ਦੇ ਨਾਲ ਕਹਿੰਦੇ ਇੱਕ ਸਕੇਲਰ ਚੇਨ ਦੇ ਅਕੋਰਡਿੰਗਲੀ ਜੇ ਅਕੋਰਡਿੰਗ ਟੂ ਰੂਲ ਦੇਖਿਆ ਜਾਵੇ ਤਾਂ ਇਹ ਇਸ ਦੇ ਅੰਡਰ ਕੰਮ ਕਰਦੇ ਨੇ ਜਿਹੜਾ ਉਸ ਨੂੰ ਕੰਮ ਦਿੰਦਾ। ਤਾਂ ਬਟ ਸਕੇਲਰ ਚੇਨ ਦੇ ਅਕੋਰਡਿੰਗਲੀ ਜਿਹੜਾ ਮੇਨ ਹੈਡ ਹੈ ਉਹ ਜਿਹੜਾ ਮੇਨ ਹੈਡ ਹੈ ਉਸ ਤੇ ਇੰਟਰਪਟ ਕਰਕੇ ਉਹ ਸਿੱਧਾ ਹੀ ਇਸ ਨੂੰ ਬੁਲਾ ਕੇ ਜਿਹੜਾ ਹੈ ਆਪਣਾ ਕੰਮ ਦੱਸ ਸਕਦਾ ਹੈ। ਤਾਂ ਇਹ ਤੋਂ ਕਹਿਣ ਦਾ ਭਾਵ ਕਹਿੰਦੇ ਸਕੇਲਰ ਚੇਨ ਇੱਕ ਇਹੋ ਜਿਹੀ ਚੇਨ ਹੈ ਜਿਸ ਦੇ ਥਰੂ ਅਸੀਂ ਥਰਡ ਨੰਬਰ ਜਾਂ ਫੋਰਥ ਨੰਬਰ ਜੋ ਵੀ ਸਾਡੇ ਯਾਨੀ ਕਿ ਮੇਨ ਤਾਂ ਇਹ ਹੈ ਇਸੇ ਨੇ ਕੰਮ ਦੇਣਾ ਅਕੋਰਡਿੰਗ ਟੂ ਵੀ ਉਸਦਾ ਹੈਡ ਨੂੰ ਕਹਿਣ ਦੀ ਬਜਾਏ ਸਿੱਧਾ ਹੀ ਉਸ ਪਰਸਨ ਨੂੰ ਬੁਲਾ ਕੇ ਜਿਹੜਾ ਉਹ ਕੰਮ ਦੇ ਦਿੱਤਾ ਜਾਂਦਾ ਹੈ। ਤਾਂ ਇਸ ਦੇ ਨਾਲ ਕੀ ਹੁੰਦੀ ਹੈ ਵੇਸਟੇਜ ਆਫ ਟਾਈਮ ਜਿਹੜੀ ਹੈ ਉਹ ਬਚ ਜਾਂਦੀ ਹੈ ਤੇ ਜੋ ਆਰਡਰ ਹੈ ਜਿਹੜਾ ਅਸੀਂ ਵਰਬਲੀ ਆਰਡਰ ਦਿੰਦੇ ਹਾਂ ਉਹ ਵਰਬਲੀ ਆਰਡਰ ਵੀ ਉਸ ਕੈਂਡੀਡੇਟ ਤੱਕ ਉਸ ਵਰਕਰ ਤੱਕ ਐਜ਼ ਇਟ ਇਜ਼ ਹੀ ਪਹੁੰਚ ਜਾਂਦਾ ਹੈ। ਪਰ ਜੇਕਰ ਆਪਾਂ ਵੈਸੇ ਗੱਲ ਕਰੀਏ ਤਾਂ ਵਰਡ ਜੇ ਗੱਲ ਕਰੀਏ ਸੋਸਾਇਟੀ ਦੇ ਵਿੱਚ ਜਦੋਂ ਇੱਕ ਰਿਊਮਰ ਨਹੀਂ ਬੋਲਦੇ ਜਿਹਨੂੰ ਰਿਊਮਰ ਫੈਲਾਇਆ ਜਾ ਰਿਹਾ ਹੈ ਜਦੋਂ ਇੱਕ ਪਰਸਨ ਨੂੰ ਗੱਲ ਪਤਾ ਲੱਗਦੀ ਹੈ ਤਾਂ ਉਸੇ ਗੱਲ ਦੇ ਉਹ ਦੋ ਗੱਲਾਂ ਬਣਾ ਕੇ ਅੱਗੇ ਦੱਸਦਾ, ਦੋ ਦੀਆਂ ਤਿੰਨ ਦੀਆਂ ਚਾਰ ਦੀਆਂ ਪੰਜ, ਤਾਂ ਉਹਦੇ ਨਾਲ ਕੀ ਹੋ ਜਾਂਦਾ ਮਿਸਅੰਡਰਸਟੈਂਡਿੰਗ ਗੈਪ ਬਣ ਜਾਂਦਾ ਹੈ। ਤਾਂ ਗੈਪ ਨੂੰ ਖਤਮ ਕਰਨ ਦੇ ਲਈ ਜਿਹੜੀ ਇਹ ਚੀਜ਼ ਅਪਣਾਈ
की है कि मेन हैड जिहड़ा भी है वो जे सीधी कमांड दिंदा है तो सानू पता हुंदा है कि असीं काम जिहड़ा है वो करना है। क्लीयर है? तो उसका इफेक्ट भी जिहड़ा है उस नालों ज़्यादा हुंदा है जिहड़ा कि सिंपल पर्सन ने साडे कोल जिहड़ा सिंगल हैडिंग है एक सब तो मेन हैडिंग है तो असीं उस काम का प्रेशर नाल मतलब साडी अपनी विल पावर नाल जिहड़ा काम करन दी कोशिश करते हैं। नेक्स्ट आ जाता है नंबर 10 ऑर्डर। ऑर्डर वैसे तो ऑर्डर का मतलब की मन्निया जाता हुक्म, ठीक है जी, हुक्म भी आदेश, पर इत्थे गल कर रहे एक एकसूरता मतलब यूनिटी दी भी सारियां दी जिहड़ी काम दे विच ये यूनिटी की कह सकते हैं एकसूरता मतलब एकसारता आनी चाहिए। कहते एक निपुण व्यक्ति जेकर उस काम एकसारता का मतलब कि जिस तरह की जिस कोले क्वालिटी है तो उसको उसे ही तरीके का जिहड़ा काम दिता जाना चाहिए। जे अकॉर्डिंग टू हिज जिहड़ी स्किल है उसको काम दिता जाएगा तो उसके जिहड़े काम दे विच उसकी तेजी होएगी, यानी कि वो काम को बहुत ही अच्छे तरीके नाल करेगा और बहुत ही वधिया तरीके नाल करते हुए बहुत ही गुड रिस्पॉन्स भी आएगा, काम भी बहुत ज़्यादा जल्दी हो जाएगा। तो इसलिए कहा जाता है कहते भी जिहड़ी असीं एकसूरता की गल करिए कहते निपुण व्यक्ति नूं जे असीं अलग-अलग काम देवांगे जिवें पहला थोड़ी देर पहला असीं एक पर्सन एक काम दे दित्ता फिर उसी पर्सन को कोई दूसरे तरह का काम देता तीसरे को उसी पर्सन को तीसरे तरह का काम देता, यानी कि उसके विच एक स्किल नहीं आएगी। ਆਪਾਂ स्किल की गल करिए तो बिल्कुल भी नहीं होएगी, तो वो बिल्कुल उस क्वालिटी तो बाहर होएगा। पर जेकर एक पर्सन उसे रेगुलर एक काम दे रहा तो उसके विच एक की आ जाएगी स्किल आ जाएगी, एक निपुण हो जाएगा, वो परफेक्शन हासिल कर लेगा तो वो जिहड़ी क्वालिटी है उसकी एक अपनी स्पेशलिटी बन जाएगी, यानी कि क्वालिटी चेंज इनटू स्पेशलिटी, वो स्पेशलिटी दे विच चेंज हो जाएगा। जदों कहते एक पर्सन कहते नहीं आपां कहते प्रैक्टिस मेक्स अ मैन परफेक्ट, जब एक इंसान प्रैक्टिस करता रहता तो परफेक्शन भी आ जाती है। एक सुनीता राय नाम की लेडी है जिसकी मैं इंग्लिश भी सुनी। नाउ शी इज वर्किंग एज ए गुड स्पीकर इन इंग्लिश ऑन इंपैक्ट जो एक यूट्यूब का चैनल है शायद उस दे उत्ते वो स्पीच करते हैं। तो उन्होंने कहना सी कहते जो मैं नवी इंग्लिश बोलने लगी तो मेरे को सिर्फ 1 और 2 वर्ड्स होंगे सी, कहते मैं नहीं बोल पाती सी, कहते डेली जी मैं प्रैक्टिस की कहते मैं ये नहीं कि मैं मेरी एज इतनी है तो मैं छड्ती, कहते नहीं, कहते इतनी ज़्यादा वाइड है लैंग्वेज, कोई भी उसकी घाट नहीं है, लैंग्वेज कोई भी लिमिट नहीं होती, लैंग्वेज एंड तक चलती है, कहते इतनी ज़्यादा वो पावरफुल सी कि कहते मैं डेली अपने टाइम देने ही देने सी सेम एज इट इज जदों ਅਸੀਂ डेली चीज़ ਨੂੰ ਕਰਦੇ ਹਾਂ कोई भी प्रैक्टिस करते हाँ तो ਸਾਡੇ ਵਿੱਚ ਨੈਚੁਰਲ ਗੱਲ है कि ਅਸੀਂ उस चीज़ ਦੇ ਵਿੱਚ माहिर हो जाते हैं, ठीक है, सानू एक्सपीरियंस हो जाता है। कहते जेकर तुसी कोई काम करते हो जे वो गलत भी हो जाता है तो तुसी ये ना सोचो कि तुसी फेल हो गए हो, बट यू हैव गॉट एक्सपीरियंस, ਤੁਹਾਨੂੰ एक्सपीरियंस हो गया, ਜਦੋਂ ਤੁਹਾਨੂੰ नेक्स्ट टाइम तुसी काम करोगे तो नैचुरल है तुसी उस काम ਨੂੰ सेकंड तरीके नाल करोगे ਤਾਂ ਜੋ उस काम ਦੇ ਵਿੱਚ सक्सेसफुल हो सको। तो इसलिए किया जाता है कि स्किल ਜਿਹੜੀ है इट इज मस्ट बट इट कम्स फ्रॉम द एक्सपीरियंस ਜਿਹੜੀ ਅਸੀਂ ਪ੍ਰੈਕਟਿਸ ਦੇ ਨਾਲ ਆਉਂਦੀ ਹੈ ਜਿਹੜੀ ਇਹ ਸਕਿੱਲ ਹੈ। ਤਾਂ ਇਸ ਲਈ ਇੱਕ ਲਾਇਬ੍ਰੇਰੀਅਨ ਦਾ ਕੀ ਕੰਮ ਹੁੰਦਾ ਹੈ, ਜੇ ਲਾਇਬ੍ਰੇਰੀ ਮੈਨੇਜਮੈਂਟ ਦੀ ਗੱਲ ਕਰੀਏ ਅਕੋਰਡਿੰਗ ਟੂ ਪ੍ਰਿੰਸੀਪਲ ਗੱਲ ਕਰੀਏ ਤਾਂ ਜਿਹੜਾ ਜਿਸ ਵਿੱਚ ਜਿਹੜਾ ਇਨਸਾਨ ਨਿਪੁੰਨ ਹੈ ਉਸ ਨੂੰ ਉਹੀ ਕੰਮ ਜਿਹੜਾ ਹੈ ਦੇਣਾ ਚਾਹੀਦਾ ਹੈ, ਨਾ ਕਿ ਉਸਦੇ ਕੰਮ ਦੀ ਵੇਸਟੇਜ ਕਰਨੀ ਚਾਹੀਦੀ ਹੈ ਉਸੇ ਨੂੰ ਕਿਸੇ ਹੋਰ ਕੰਮ ਦੇ ਵਿੱਚ ਲਗਾ ਕੇ, ਕਿਉਂਕਿ ਜੇਕਰ ਉਹ ਬੰਦਾ ਦੂਸਰਾ ਕੰਮ ਕਰੇਗਾ ਤਾਂ ਹੀ ਡਸਨਟ ਨੋ ਹਾਊ ਟੂ ਵਰਕ, ਉਸ ਨੂੰ ਪਤਾ ਹੀ ਨਹੀਂ ਕਿ ਉਹ ਕੰਮ ਕਿਸ ਤਰੀਕੇ ਨਾਲ ਕਰਨਾ ਹੈ। ਪਹਿਲਾਂ ਤਾਂ ਉਹ ਸਮਾਂ ਲਗਾਏਗਾ ਉਸ ਨੂੰ ਸਿੱਖਣ ਦੇ ਵਿੱਚ, फिर उसको करन दे विच, फिर उस तो बाद थर्ड टाइम एक बार वो टाइम लेगा उसकी परफेक्शन दे विच, तो यानी कि कितना ही टाइम जड़ा है उस दे विच वेस्टेज हो गई। तो नेक्स्ट आ जाता बेटे अपना पॉइंट इक्विटी, इक्वालिटी की गल करिए आपां, क्लियर भी जिहड़ी इक्वालिटी है कहते एक लाइब्रेरियन को की चाहिए है कि इक्वालिटी के नाल सारियां नूं इक्को ही नज़र दे नाल देखे, ये ना होवे कि एक पर्सन तो उसको बहुत चंगा लग रहा है और सेकंड पर्सन उसको नहीं चंगा लग रहा है, एक पर्सन को बहुत ज्यादा काम दे रहे हैं सेकंड पर्सन को बिल्कुल भी काम नहीं दे रहे। तो इसका मतलब है कि एक लाइब्रेरियन जिहड़ा है वो इक्वालिटी नाल काम लवे, इक्वालिटी नाल वर्क करे, इक्वालिटी दे नाल ही उसको समझावे। तो जिहड़ा है कहते जब इक्वालिटी देखी जाती है तो उस दे नाल की हुंदा है एक आपसी जिहड़ा है बाउंडेशंस बन जाती है, एक आपसी
नहीं, that's why we are saying that equality is most for the equality is the most important principle of Henry Fay's। ਤਾਂ ਜਿਵੇਂ ਹੁਣ ਆਪਾਂ 10th point ਸੀਗਾ order, 11th point equity, ठीक है जी। और 12th point अपना है stability of tenure, stability of tenure means स्थिरता। कहते कर्मचारियों के सेवा काल में स्थिरता, यानी कि जो इंप्लॉइज ने उन्हों का टाइम पीरियड लॉन्ग होना चाहिए, कि ना कि कोई भी इंस्टीट्यूट है चाहे वो लाइब्रेरी है, ये ना होवे कि थोड़ा टाइम उस तो काम करवाया तो उस तो बाद ਅਸੀਂ उसको रिलीव कर देते हैं या उसका ਜਿਹੜਾ ਕੰਮ चेंज कर देते हैं। लेकिन लाइब्रेरीयन की गल करिए, लाइब्रेरी ਦੇ ਵਿੱਚ ਗੱਲ करिए ਤਾਂ ਇੱਕ ਲਾइब्रेरियन जिन्नी अच्छी तरीके ਨਾਲ ट्रांसलेशन कर सकता है या सर्कुलेशन कर सकता है या वो ਆਪਾਂ ਕਹਿੰਦੇ ਰੈਫਰੈਂਸ ਸੈਕਸ਼ਨ ਨੂੰ ਡੀਲ ਕਰ ਸਕਦਾ ਹੈ या ਆਪਾਂ ਗੱਲ ਕਰੀਏ ਮੇਨਟੇਨੈਂਸ ਸੈਕਸ਼ਨ ਨੂੰ ਡੀਲ ਕਰ ਸਕਦਾ ਹੈ, ਤਾਂ ਹੋ ਸਕਦਾ ਉਹ ਸੈਕੰਡ ਸੈਕਸ਼ਨ ਨੂੰ ਨਾ ਕਰ ਸਕਦਾ ਹੋ। ਤਾਂ ਕਹਿੰਦੇ ਜਦੋਂ ਉਹਦੀਆਂ ਸੇਵਾ ਕਾਲ ਜਿਹੜਾ ਉਹਦਾ ਡਿਊਰਿੰਗ ਉਹਦਾ ਪੀਰੀਅਡ ਹੈ, ਕਹਿੰਦੇ ਜੇਕਰ ਉਹਦੀ ਸਥਿਰਤਾ ਨਹੀਂ ਰਹਿੰਦੀ ਤਾਂ ਜਾਨੀ ਕਿ ਉਸ ਤੋਂ ਛੁਡਵਾ ਲੈਂਦੇ ਆ ਵਾਰ-ਵਾਰ, ਤਾਂ ਉਸ ਦੇ ਨਾਲ ਵੀ ਕੀ ਹੁੰਦਾ ਹੈ, ਇੱਕ ਸਾਡੇ ਕੰਮ ਦੇ ਵਿੱਚ ਬ੍ਰੇਕ ਲੱਗ ਜਾਂਦੀ ਹੈ, ਸਾਡੇ ਵਰਕ ਦੇ ਵਿੱਚ ਇੰਟਰਪਸ਼ਨ ਪੈਦਾ ਹੋ ਜਾਂਦੀ ਹੈ, ਕਿਉਂਕਿ ਕੁਝ ਟਾਈਮ ਤਾਂ ਉਸ ਨੂੰ ਸਮਝਣ ਦੇ ਵਿੱਚ ਲੱਗੇਗਾ ਉਸ ਕੰਮ ਨੂੰ। ਜੇਕਰ ਅਸੀਂ ਉਸਨੂੰ ਕੋਈ ਵੀ ਨਵਾਂ ਕੰਮ ਦਿੰਦੇ ਆ ਤਾਂ ਪਹਿਲਾਂ ਤਾਂ ਉਸ ਕੰਮ ਨੂੰ ਉਹ ਸਮਝਣ ਦੇ ਵਿੱਚ ਟਾਈਮ ਲਗਾਏਗਾ, ਜਦ ਤੱਕ ਉਹ ਸਮਝੇਗਾ ਫਿਰ ਉਸਨੂੰ ਕਰੇਗਾ, ਕਰਨ ਦੇ ਦੌਰਾਨ ਉਹ ਬਹੁਤ ਕੁਝ ਸਿੱਖੇਗਾ, ਯਾਨੀ ਕਿ ਕਾਫੀ ਜੇ ਉਹ ਮਿਸਟੇਕਸ ਕਰਦਾ ਹੈ ਤਾਂ ਉਸ ਮਿਸਟੇਕਸ ਨੂੰ ਇੰਪਰੂਵ ਕਰਨ ਲਈ ਉਹ ਫਿਰ ਕੰਮ ਕਰੇਗਾ। ਤਾਂ ਇਸ ਦੇ ਨਾਲ ਕੀ ਹੁੰਦਾ ਹੈ, ਵੇਸਟੇਜ ਆਫ ਟਾਈਮ, ਵੇਸਟੇਜ ਆਫ ਟਾਈਮ, ਵੇਸਟੇਜ ਆਫ એનર્ਜੀ ਜਿਹੜੀਆਂ ਨੇ ਇੱਕ ਮੈਨੇਜਮੈਂਟ ਦੇ ਲਈ ਇੱਕ ਲੂਜ਼ ਪੁਆਇੰਟ ਨੇ, ਲੂਜ਼ ਜਿਹੜੇ ਜਿਸ ਦੇ ਨਾਲ ਕਿ ਮੈਨੇਜਮੈਂਟ ਨੂੰ ਆਪਾਂ ਕਹਿ ਸਕਦੇ ਹਾਂ ਕਿ ਬਿਲਕੁਲ ਗਲਤ ਹੈ, ਕਿ ਜਿਹੜਾ ਹੈ ਕੰਮ ਸਹੀ ਤਰੀਕੇ ਨਾਲ ਨਹੀਂ ਹੋ ਪਾ ਰਿਹਾ। ਤਾਂ ਉਸ ਕੰਮ ਨੂੰ ਸਹੀ ਤਰੀਕੇ ਨਾਲ ਕਰਨ ਲਈ ਕਹਿੰਦੇ ਸਟੇਬਿਲਿਟੀ ਇਜ਼ ਮਸਟ, ਜਿਹੜੀ ਸਟੇਬਿਲਿਟੀ ਜ਼ਰੂਰੀ ਹੈ, ਸਥਿਰਤਾ ਜ਼ਰੂਰੀ ਹੈ। ਕਹਿੰਦੇ ਸਥਿਰਤਾ ਜੇ ਬਣੀ ਰਹੇਗੀ, ਜੇਕਰ ਕਹਿੰਦੇ ਤੁਹਾਡੇ ਇੰਸਟੀਚਿਊਟ ਦੇ ਵਿੱਚ ਇੱਕ ਇੰਪਲਾਈ ਬਹੁਤ ਦੇਰ ਤੱਕ ਕੰਮ ਕਰਦਾ, ਸਟੇਬਿਲਿਟੀ ਬਣਾ ਕੇ ਰੱਖਦਾ, ਤਾਂ ਉਸ ਦੇ ਨਾਲ ਕਿ ਤੁਹਾਡੇ ਇੰਸਟੀਚਿਊਟ ਦੀ ਵੀ ਵਾਹਵਾਹੀ ਹੁੰਦੀ ਹੈ, ਤਾਂ ਉਸ ਇੱਕ ਵਰਕਰ ਦੀ ਵੀ ਜਿਹੜੀ ਹੈ ਵਾਹਵਾਹੀ ਹੁੰਦੀ ਹੈ, ਤਾਂ ਉਸ ਦੇ ਨਾਲ ਨਾਲ ਇੱਕ ਕੁਆਲਿਟੀ ਵੀ ਮੇਨਟੇਨ ਹੁੰਦੀ ਹੈ, ਔਰ ਪਰਸਨ ਦੀ ਵੀ ਕੁਆਲਿਟੀ ਮੇਨਟੇਨ ਹੁੰਦੀ ਹੈ, ਔਰ ਤੁਹਾਡੇ ਇੰਸਟੀਚਿਊਟ ਦੀ ਵੀ ਜਿਹੜੀ ਕੁਆਲਿਟੀ ਹੈ ਉਹ ਮੇਨਟੇਨ ਹੁੰਦੀ ਹੈ। ਠੀਕ ਹੈ ਜੀ। ਨੈਕਸਟ ਆ ਜਾਂਦਾ ਆਪਾਂ ਇਨੀਸ਼ੀਏਟਿਵਸ, ਇਨੀਸ਼ੀਏਟਿਵਸ। ਹੁਣ ਇਨੀਸ਼ੀਏਟਿਵਸ ਦੀ ਗੱਲ ਕਰੀਏ, ਜੇਕਰ ਹੁਣ ਇਨੀਸ਼ੀਏਟਿਵਸ ਕਹਿੰਦੇ ਲਾਇਬ੍ਰੇਰੀ ਦੇ ਵਿੱਚ ਬਹੁਤ ਸਾਰੇ ਕੰਮ ਹੁੰਦੇ ਨੇ, ਤਾਂ ਕਹਿੰਦੇ ਲਾਇਬ੍ਰੇਰੀ ਦੀ ਇੰਪਰੂਵਮੈਂਟ ਦੇ ਲਈ, ਲਾਇਬ੍ਰੇਰੀ ਦੇ ਯੂਜ਼ਰਸ ਨੂੰ ਇਨਕਰੀਜ਼ ਕਰਨ ਲਈ ਜਾਂ ਲਾਇਬ੍ਰੇਰੀ ਸਰਵਿਸਿਜ਼ ਨੂੰ ਬੈਸਟ ਕਰਨ ਦੇ ਲਈ ਕਹਿੰਦੇ ਕੀ ਚੀਜ਼ ਕਰਨੀ ਚਾਹੀਦੀ ਹੈ। ਕਹਿੰਦੇ ਕਿ ਜੇ ਲਾਇਬ੍ਰੇਰੀ ਇਕੱਲਾ ਹੀ ਡਿਸੀਜਨ ਲੈ ਲੈਂਦਾ ਵੀ ਆਹ ਕੰਮ ਕਰੋ, ਆਹ ਕਰੋ, ਆਹ ਕਰੋ, ਇਟ ਇਜ਼ ਨਾਟ ਗੁੱਡ। ਕਹਿੰਦੇ ਉਸ ਦੇ ਲਈ ਕੀ ਕਰਨਾ ਚਾਹੀਦਾ ਕਿ ਸਾਰੇ ਵਰਕਰਸ ਨੂੰ ਲੈ ਕੇ ਇੱਕ ਮੀਟਿੰਗ ਜਿਹੜੀ ਹੈ, ਮੀਟਿੰਗ ਕਰਨੀ ਚਾਹੀਦੀ ਹੈ, ਜਿਸ ਦੇ ਨਾਲ ਮੀਟਿੰਗ ਦੇ ਦੌਰਾਨ ਸੁਜੈਸ਼ਨਸ ਲੈਣੀਆਂ ਚਾਹੀਦੀਆਂ ਕਿ ਕਿਹੜੀਆਂ ਸੁਜੈਸ਼ਨਸ ਦੇ ਨਾਲ ਜਿਹੜਾ ਹੈ ਲਾਇਬ੍ਰੇਰੀ ਨੂੰ ਹੋਰ ਜ਼ਿਆਦਾ ਬੈਸਟ ਕੀਤਾ ਜਾ ਸਕਦਾ ਹੈ। ਕਹਿੰਦੇ ਜਦੋਂ ਸੁਜੈਸ਼ਨਸ ਆ ਜਾਣਗੀਆਂ ਤਾਂ ਕਹਿੰਦੇ ਉਹ ਸੁਜੈਸ਼ਨਸ ਦੇ ਉੱਤੇ ਕੰਮ ਵੀ ਕਰਨਾ ਚਾਹੀਦਾ, ਯਾਨੀ ਕੰਮ ਕਰਨਾ ਚਾਹੀਦਾ, ਔਰ ਜਦੋਂ ਉਹ ਸਕਸੈਸਫੁਲ ਹੋ ਜਾਂਦਾ ਤਾਂ ਉਸਦਾ ਇੱਕ ਹੋਰ ਬੈਨੀਫਿਟ ਕੀ ਦੇਣਾ ਚਾਹੀਦਾ। ਕਹਿੰਦੇ ਉਹ ਜਿਹੜਾ ਵੀ ਆਈਡੀਆ ਉਸ ਵਰਕਰ ਨੇ ਦਿੱਤਾ ਸੀ, ਤਾਂ ਸਾਡੀ ਕਹਿੰਦੇ ਪਹਿਲ ਕਦੇ ਇਨੀਸ਼ੀਏਟਿਵਸ ਕੀ ਹੋਣੇ ਚਾਹੀਦੇ ਕਿ ਉਸਨੂੰ ਇਨਾਮ, ਕੋਈ ਗਿਫਟ ਜਾਂ ਐਪਰੀਸੀਏਸ਼ਨ ਲੈਟਰ, ਕੁਝ ਵੀ ਜਿਹੜਾ ਉਸ ਨੂੰ ਪ੍ਰੋਵਾਈਡ ਕਰਵਾਉਣਾ ਚਾਹੀਦਾ। ਤਾਂ ਯਾਨੀ ਕਿ ਇਨੀਸ਼ੀਏਟਿਵਸ ਦੀ ਗੱਲ ਕਰੀਏ, ਕਹਿੰਦੇ ਪਹਿਲ ਕਦਮੀ ਦੇ ਤੌਰ ਤੇ ਕਹਿੰਦੇ ਸਭ ਤੋਂ ਪਹਿਲਾਂ ਸਾਨੂੰ ਸੁਝਾਅ ਮੰਗਣੇ ਚਾਹੀਦੇ ਨੇ। ਸੁਝਾਅ ਮੰਗਣ ਤੋਂ ਬਾਅਦ, ਸੁਜੈਸ਼ਨਸ ਲੈਣ ਤੋਂ ਬਾਅਦ ਜਦੋਂ ਅਸੀਂ ਉਸ ਅਕੋਰਡਿੰਗ ਟੂ ਸੁਜੈਸ਼ਨ ਕੰਮ ਕਰਦੇ ਆ ਤੇ ਸਾਨੂੰ ਬੈਨੀਫਿਟ ਹੁੰਦਾ ਹੈ, ਤਾਂ ਉਸ ਦੇ ਲਈ ਸਾਨੂੰ ਰਿਗਾਰਡਸ ਵੀ ਦੇਣੇ ਬਣਦੇ ਨੇ ਕਿ ਅਸੀਂ ਇੱਕ ਆਪਣੇ ਇੰਪਲਾਈ ਨੂੰ ਉਸ ਰਿਗਾਰਡਸ ਦੇਈਏ। ਉਸ ਰਿਗਾਰਡਸ ਦੇ ਨਾਲ ਹੀ ਰਿਗਾਰਡਸ ਦੇਵਾਂਗੇ ਤਾਂ ਸ਼ਾਇਦ ਉਸ ਜਿਹੜਾ ਹੈ ਕੰਮ ਹੋਰ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਹੋਏਗਾ। ਕਹਿੰਦੇ ਇਟ ਇਜ਼ ਮਸਟ ਫॉर ਅ ਹੈਡ ਔਰ ਮਸਟ ਫॉर ਅ ਵਰਕਰ। ਕਹਿੰਦੇ ਵਰਕਰ ਦੇ ਲਈ ਵੀ ਜ਼ਰੂਰੀ ਹੋ ਜਾਂਦਾ ਜਦੋਂ ਉਸ ਨੂੰ ਐਪਰੀਸੀਏਸ਼ਨ ਮਿਲਦੀ ਹੈ ਤਾਂ ਉਹ ਹੋਰ ਵੀ ਜਿਹੜਾ ਹੈ ਦਿਲ ਲਗਾ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦਾ, ਤਾਂ ਉਹ ਹੋਰ ਜ਼ਿਆਦਾ
ਜਿਹੜਾ ਹੁਣ ਕਲਾਸ ਦਾ ਮੋਨੀਟਰ ਕਿਉਂ ਬਣਾਇਆ ਜਾਂਦਾ ਹੈ? ਕਿਉਂਕਿ ਜਿਹੜਾ ਬੱਚਾ ਕਹਿੰਦਾ ਵੀ ਹਰ ਕੰਮ ਲਈ ਉਹ ਰੈਡੀ ਹੁੰਦਾ ਕਿ ਆਮ ਰੈਡੀ ਟੂ ਡੂ ਵਰਕ, ਕੋਈ ਵੀ ਟੀਚਰ ਨੂੰ ਕੰਮ ਦੇ ਇਸ ਮੈਮ ਕੈਨ ਆਈ ਡੂ ਜਾਂ ਮੈਂ ਕਰਕੇ ਦਵਾਂ ਜੀ ਮੇ ਆਈ ਗੋ, ਮਤਲਬ ਕਿਸੇ ਵੀ ਕੰਮ ਲਈ ਹੀ ਇਜ਼ ਪ੍ਰੀਪੇਅਰਡ ਟੂ ਡੂ ਦੈਟ ਵਰਕ। ਜਦੋਂ ਉਹ ਕੰਮ ਕਰਨ ਲਈ ਰੈਡੀ ਹੁੰਦਾ ਹੈ then we can say that initiatives ਵੀ ਇਹ ਪਹਿਲ ਕਦਮੀ ਹੋਣੀ ਚਾਹੀਦੀ ਹੈ, initiatives ਚੁੱਕੇ ਜਾਣੇ ਚਾਹੀਦੇ ਨੇ। we should take initiatives regarding our workers ਦੇ ਅਕॉर्डिंगली या ਸਾਡੇ ਜੋ ਜੂਨੀਅਰ ਲਾਇਬ੍ਰੇਰੀਅਨ ਨੇ ਯਾਨੀ ਕਿ ਸਾਡੇ ਜੂਨੀਅਰ ਵਰਕਰਸ ਨੇ ਜੋ ਸਾਡੇ ਅੰਡਰ ਕੰਮ ਕਰਦੇ ਨੇ, ਚਾਹੇ ਉਹ ਲਾਇਬ੍ਰੇਰੀ ਅਸਿਸਟੈਂਟ ਹੈ, ਚਾਹੇ ਲਾਇਬ੍ਰੇਰੀ ਸਟੋਰਰ ਹੈ, ਕੋਈ ਵੀ ਸਾਡੇ ਅੰਡਰ ਜੋ ਕੰਮ ਕਰ ਰਿਹਾ ਹੈ ਤਾਂ ਉਸ ਦੇ ਲਈ ਕੀ ਹੋਣਾ ਚਾਹੀਦਾ ਹੈ ਕਿ ਉਸ ਤੋਂ ਅਸੀਂ ਜੇ ਸੁਝਾਅ ਲੈਂਦੇ ਆ ਤਾਂ ਸੁਝਾਅ ਦੇ ਅਕੋਰਡਿੰਗਲੀ ਫਸਟ ਆਫ ਆਲ ਵੀ ਸ਼ੁੱਡ ਡੂ ਵਰਕ। ਉਸ ਦੇ ਸੁਝਾਅ ਨੂੰ ਅਮੈਂਡ ਕੀਤਾ ਜਾਵੇ, ਲਾਗੂ ਕੀਤਾ ਜਾਵੇ, ਐਸਟੈਬਲਿਸ਼ ਕੀਤਾ ਜਾਵੇ, ਤਾਂ ਉਸ ਤੋਂ ਬਾਅਦ ਜਿਹੜਾ ਹੈ ਕੰਮ ਲਾਗੂ ਹੋਣ ਤੋਂ ਬਾਅਦ ਜਦੋਂ ਉਸ ਨੂੰ ਸਕਸੈਸ ਮਿਲਦੀ ਹੈ ਦੈਨ ਵੀ ਸ਼ੁੱਡ ਐਪਰੀਸ਼ੀਏਟ। ਕੋਈ ਕਿਸੇ ਤਰੀਕੇ ਨਾਲ ਵੀ ਐਪਰੀਸੀਏਸ਼ਨ ਦਿੱਤੀ ਜਾ ਸਕਦੀ ਹੈ, ਚਾਹੇ ਤਾਂ ਉਸ ਨੂੰ ਕੋਈ ਗਿਫਟ ਰੂਪ ਦੇ ਵਿੱਚ ਦਿੱਤਾ ਜਾ ਸਕਦਾ ਹੈ ਜਾਂ ਸੈਲਰੀ ਇੰਕਰੀਮੈਂਟ ਦੇ ਰੂਪ ਵਿੱਚ ਦਿੱਤਾ ਜਾ ਸਕਦਾ ਹੈ, ਜਾਂ ਕੋਈ ਫੰਕਸ਼ਨ ਕਰਵਾਉਣੇ ਆ ਤਾਂ ਉਸ ਨੂੰ ਸਟੇਜ ਦੇ ਉੱਤੇ ਜਿਹੜਾ ਹੈ ਉਸ ਨੂੰ ਐਪਰੀਸੀਏਸ਼ਨ ਦਿੱਤੀ ਜਾ ਸਕਦੀ ਹੈ। ਤਾਂ ਕੋਈ ਚੀਜ਼ ਤਾਂ ਇਦਾਂ ਦੀ ਹੋਣੀ ਚਾਹੀਦੀ ਹੈ ਜਿਸ ਦੇ ਨਾਲ ਕੀ ਹੈ ਉਹ ਮੋਟੀਵੇਟਡ ਹੋ ਸਕੇ, ਉਹ ਹੋਰ ਜ਼ਿਆਦਾ ਜਿਹੜਾ ਇੰਟਰਸਟ ਨਾਲ ਕੰਮ ਲੈ ਸਕੇ। ਨੈਕਸਟ ਆ ਜਾਂਦਾ ਸਪਿਰਿਟ ਦੀ ਕੌਜ਼। ਲਾਸਟ ਪੁਆਇੰਟ ਹੈ ਬੇਟੇ ਸਪਿਰਿਟ ਦੀ कॉज और यूनिटी ऑफ स्ट्रेंथ, यूनिटी ऑफ स्ट्रेंथ क्लियर। हम यूनिटी ऑफ स्ट्रेंथ की गल करिए तुसी कहानी सुनी होनी है, के विच बरकत आप कहानी सुनी हुई है कि जदों कबूतर जाल विच फस जाते हैं, जदों शिकारी उन्होंने चोगा पाउंदा ते कबूतर जाल विच फस जाते हैं ਤਾਂ ਉਹਨਾਂ ਵਿੱਚ ਇੱਕ ਬੁੱਢਾ ਕਬੂਤਰ ਉਹਨਾਂ ਨੂੰ ਸਮਝਾਉਂਦਾ ਹੈ ਕਿ ਜੇ ਤੁਸੀਂ ਸਾਰੇ ਮਿਲ ਕੇ ਇਸ ਜਾਲ ਨੂੰ ਲਾ ਕੇ ਲੈ ਜਾਓ ਤਾਂ ਇੱਕ ਜਿਹੜਾ ਸ਼ਿਕਾਰੀ ਹੈ ਕੁਝ ਨਹੀਂ ਕਰ ਸਕਦਾ। ਤਾਂ ਉਹ ਇਸ ਤਰੀਕੇ ਨਾਲ ਕਰਦੇ ਨੇ ਤੇ ਆਪਣਾ ਜਿਹੜਾ ਹੈ ਉਹ ਉਡਾ ਕੇ ਲੈ ਜਾਂਦੇ ਨੇ ਤੇ ਚੂਹਾ ਉਸ ਜਾਲ ਨੂੰ ਕੁੱਤਰ ਦਿੰਦਾ ਹੈ ਤੇ ਜਿਹੜੇ ਸਾਰੇ ਦੇ ਸਾਰੇ ਕਬੂਤਰ ਨੇ ਆਜ਼ਾਦ ਹੋ ਜਾਂਦੇ ਨੇ। ਤਾਂ ਇਸ ਨੂੰ ਏਕੇ ਵਿੱਚ ਬਰਕਤ ਹੈ। ਇੱਕ ਹੋਰ ਆਪਾਂ ਕਹਾਣੀ ਦੀ ਗੱਲ ਕਰੀਏ ਕਿ ਜਦੋਂ ਇੱਕ ਕਿਸਾਨ ਜਿਹੜਾ ਹੈ ਉਹਦੀ ਡੈਥ ਹੋਣ ਵਾਲੀ ਹੁੰਦੀ ਹੈ, ਆਪਣੇ ਚਾਰੋਂ ਬੇਟਿਆਂ ਨੂੰ ਬੁਲਾਉਂਦਾ ਹੈ, ਠੀਕ ਹੈ, ਤੇ ਉਹ ਲੱਕੜੀਆਂ ਦਿੰਦਾ ਹੈ ਤੇ ਕਹਿੰਦਾ ਵੀ ਇਹਨਾਂ ਨੂੰ ਤੋੜੋ, ਇਕੱਠੀਆਂ ਤਾਂ ਨਹੀਂ ਟੁੱਟਦੀਆਂ, ਫਿਰ ਕੀ ਕਰਕੇ ਦਿੰਦਾ ਤਾਂ ਉਹ ਟੁੱਟ ਜਾਂਦੀਆਂ ਨੇ। ਤਾਂ ਉਹ ਕਹਿੰਦਾ ਵੀ ਜਦੋਂ ਸਾਰੇ ਇਕੱਠੇ ਮਿਲ ਕੇ ਰਹੋਗੇ ਤਾਂ ਤੁਹਾਨੂੰ ਕੋਈ ਵੀ ਕੁਝ ਨਹੀਂ ਕਰ ਸਕਦਾ, ਤੁਹਾਡਾ ਬਾਲ ਵੀ ਟੀਕਾ ਨਹੀਂ ਹੋ ਸਕਦਾ। ਤਾਂ ਕਹਿੰਦੇ ਸਪਿਰਿਟ ਦੀ ਕੌਜ਼ ਆ ਯੂਨਿਟੀ ਆਫ ਸਟਰੈਂਥ, ਯਾਨੀ ਕਿ ਕਿਸੇ ਦੀ ਯੂਨਿਟੀ ਦੀ ਗੱਲ ਕਰੀਏ, ਇੱਕ ਵਿੱਚ ਬਰਕਤ ਦੀ ਗੱਲ ਕਰੀਏ, ਕਹਿੰਦੇ ਜਦੋਂ ਸਾਰੇ ਹੀ ਇੰਪਲਾਈਜ਼ ਮਿਲ ਕੇ ਕੰਮ ਕਰਦੇ ਨੇ ਤਾਂ ਉਸ ਕੰਮ ਦਾ ਜਿਹੜਾ ਹੈ ਰਿਜ਼ਲਟ ਹੁੰਦਾ ਉਹ ਬਹੁਤ ਹੀ ਵਧੀਆ ਹੁੰਦਾ, ਰਿਜ਼ਲਟ ਪਰਫੈਕਟ ਹੁੰਦਾ ਹੈ, ਬਹੁਤ ਅੱਛਾ ਜਿਹੜਾ ਰਿਜ਼ਲਟ ਆਉਂਦਾ ਹੈ, ਜਿਸ ਦੇ ਨਾਲ ਹੋਰ ਕੀ ਹੁੰਦਾ ਹੈ, ਇੱਕ ਤਾਂ ਸਾਡੀ ਜਿਹੜੀ ਹੈ ਵਿਲ ਪਾਵਰ ਇੰਕਰੀਜ਼ ਹੁੰਦੀ ਹੈ, ਸਾਡੀ ਸਕਿੱਲ ਪਾਵਰ ਇੰਕਰੀਜ਼ ਹੁੰਦੀ ਹੈ। ਵਿਲ ਪਾਵਰ ਦੇ ਨਾਲ ਸਾਡੀ ਸਕਿੱਲ ਪਾਵਰ ਹੁੰਦੀ ਹੈ, ਸਾਡੇ ਆਪਸੀ ਰਿਲੇਸ਼ਨ ਅੱਛੇ ਬਣ ਜਾਂਦੇ ਨੇ, ਸਾਡੀ ਅੰਡਰਸਟੈਂਡਿੰਗ ਪਾਵਰ ਵੱਧ ਜਾਂਦੀ ਹੈ। ਤਾਂ ਕਹਿੰਦੇ ਹੋਰ ਉਸ ਤੋਂ ਇਲਾਵਾ ਸਭ ਤੋਂ ਵੱਡਾ ਬੈਨੀਫਿਟ ਇੱਕ ਇੰਸਟੀਚਿਊਟ ਨੂੰ ਕੀ ਹੁੰਦਾ ਹੈ ਕਿ ਇੰਸਟੀਚਿਊਟ ਵੀ ਗਰੋ ਕਰਦਾ ਹੈ, ਇੱਕ ਲਾਇਬ੍ਰੇਰੀ ਵੀ ਕੀ ਗਰੋ ਕਰਦੀ ਹੈ। ਜੇ ਸਾਰੇ ਹੀ ਲਾਇਬ੍ਰੇਰੀ ਦੇ ਵਰਕਰ ਜੇਕਰ ਮਿਲ ਕੇ ਕੰਮ ਕਰਦੇ ਨੇ, ਆਪਣਾ ਰੈਫਰੈਂਸ ਸੈਕਸ਼ਨ ਵਾਲਾ ਰੈਫਰੈਂਸ ਸੈਕਸ਼ਨ ਨੂੰ ਦੇਗਾ, ਟ੍ਰਾਂਸਲੇਸ਼ਨ ਵਾਲਾ ਟ੍ਰਾਂਸਲੇਸ਼ਨ ਨੂੰ, ਤਾਂ ਉਸ ਦੇ ਨਾਲ ਜਿਹੜਾ ਯੂਜ਼ਰਸ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਯੂਜ਼ਰ ਬੜੀ ਈਜ਼ੀਲੀ ਆਉਂਦੇ ਨੇ। ਤੇ ਰੈਫਰੈਂਸ ਸੈਕਸ਼ਨ ਵਾਲੇ ਦੀ ਅਗਰ ਜੇ ਰੈਫਰੈਂਸ ਸੈਕਸ਼ਨ ਨੂੰ ਲੱਗਦਾ ਕਿ ਮੇਰੇ ਨਾਲ ਡੀਲ ਕਰਦਾ ਤਾਂ ਉਹ ਉਸੇ ਟਾਈਮ ਉਸਦਾ ਹੈਲਪ ਕਰਦਾ, ਤੇ ਟ੍ਰਾਂਸਲੇਸ਼ਨ ਸੈਕਸ਼ਨ ਵਾਲੇ ਨੂੰ ਲੱਗਦਾ ਤਾਂ ਟ੍ਰਾਂਸਲੇਸ਼ਨ ਵਾਲਾ, ਅਗਰ ਉਸ ਨੂੰ ਲੱਗਦਾ ਕਿ ਰੈਫਰੈਂਸ ਸੈਕਸ਼ਨ ਵਾਲੇ ਨੂੰ ਲੱਗਦਾ ਕਿ ਟ੍ਰਾਂਸਲੇਸ਼ਨ ਸੈਕਸ਼ਨ ਵਾਲਾ ਜਿਹੜਾ ਹੈ ਦੀ ਅੱਛੇ ਤਰੀਕੇ ਨਾਲ ਮਦਦ ਕਰਦਾ ਤਾਂ ਉਸ ਨੂੰ ਉੱਥੇ ਉਹ ਰੈਫਰ ਕਰ ਦਿੰਦਾ ਹੈ। ਤਾਂ ਟ੍ਰਾਂਸਲੇਸ਼ਨ ਸੈਕਸ਼ਨ ਵਾਲਾ ਸੋਚਦਾ ਕਿ ਹਾਂ ਰੈਫਰੈਂਸ ਸੈਕਸ਼ਨ ਵਾਲੇ ਨੇ ਭੇਜਿਆ ਤਾਂ ਮੈਂ ਇਸ ਨੂੰ ਬਹੁਤ ਅੱਛੇ ਤਰੀਕੇ ਨਾਲ ਕੰਮ ਕਰਕੇ ਦੇਣਾ। ਤਾਂ ਜਦੋਂ ਆਪਸੀ ਅੰਡਰਸਟੈਂਡਿੰਗ ਬਣ ਜਾਂਦੀ ਹੈ, ਕੋਆਪਰੇਸ਼ਨ ਬਣ ਜਾਂਦਾ ਹੈ, ਤਾਂ ਜਿਹੜੀ ਯੂਨਿਟੀ ਆਫ ਸਟਰੈਂਥ ਹੋ ਜਾਂਦੀ ਹੈ, ਤਾਂ ਉਸ ਲਾਇਬ੍ਰੇਰੀ ਦਾ ਰੁੱਖ ਜਿਹੜਾ ਹੈ ਹੋਰ ਵੀ ਵਧੀਆ ਤਰੀਕੇ ਨਾਲ ਕਰ ਦਿੰਦਾ
ਇਟਸ ਓਕੇ। ਤੇ ਜੇਕਰ ਉਸੇ ਹੀ ਕੰਮ ਨੂੰ ਡਿਵਾਈਡ ਕਰਨ ਦੇ ਲਈ ਜੇਕਰ ਵੱਡੀ ਲਾਇਬ੍ਰੇਰੀ ਦੇ ਵਿੱਚ ਅਲੱਗ ਪੋਰਸ਼ਨ ਬਣ ਜਾਂਦੇ ਨੇ ਜਾਂ ਸੈਕਸ਼ਨ ਬਣ ਜਾਂਦੇ ਨੇ, ਉਹ ਸਾਰੇ ਸੈਕਸ਼ਨ ਨਾਲ ਮਿਲ ਕੇ ਕੰਮ ਕਰਦੇ ਨੇ, ਤਾਂ ਉਸ ਦੇ ਨਾਲ ਕੀ ਹੁੰਦਾ ਹੈ ਕਿ ਇੱਕ ਕੁਆਲਿਟੀ ਆਉਂਦੀ ਹੈ, ਉਸ ਯੂਨੀਵਰਸਿਟੀ ਦੀ ਕੁਆਲਿਟੀ ਦਿਖਦੀ ਹੈ ਕਿ ਹਾਂ ਇਸ ਦੇ ਵਿੱਚ ਮਟੀਰੀਅਲ ਵੀ ਬਹੁਤ ਪਿਆ ਹੈ ਔਰ ਮਟੀਰੀਅਲ ਮੇਨਟੇਨਡ ਵੀ ਹੈ, क्लासिफाइड भी है, और जो है ਜਿਹੜੀ ਬੁੱਕਸ ਦੀ ਕੰਡੀਸ਼ਨ ਹੈ ਇਟ ਇਜ਼ ਆਲਸੋ ਗੁੱਡ, ਉਹ ਵੀ ਜਿਹੜੀਆਂ ਵਧੀਆ ਤਰੀਕੇ ਨਾਲ ਇਸ਼ੂ ਰਿਟਰਨ ਦੇ ਜਿਹੜੇ ਪਾਲਿਸੀਜ਼ ਨੇ ਉਹ ਵੀ ਬੈਸਟ ਨੇ। ਤਾਂ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਸ ਦੇ ਵਿੱਚ ਮੈਟਰ ਕਰਦੀਆਂ ਨੇ। ਸਪੋਜ਼ ਦੈਟ ਇਸ਼ੂ ਰਿਟਰਨ ਕਰ ਰਿਹਾ, ਬੁੱਕਸ ਫਟ ਰਹੀ ਹੈ, ਇਸ਼ੂ ਰਿਟਰਨ ਵਾਲਾ ਸਬਮਿਸ਼ਨ ਸੈਕਸ਼ਨ ਜਿਹੜਾ ਹੈ ਉਸ ਚੀਜ਼ ਵੱਲ ਧਿਆਨ ਨਹੀਂ ਦੇ ਰਿਹਾ, ਤਾਂ ਉਸੇ ਤਰੀਕੇ ਨਾਲ ਹੀ ਉਸਨੇ ਵਾਪਸ ਭੇਜਤਾ। ਪਰ ਜੇਕਰ ਅੱਛੇ ਤਰੀਕੇ ਨਾਲ ਉਹ ਤਾਂ ਕਿਤਾਬ ਦੀ ਜਿਹੜੀ ਕੰਡੀਸ਼ਨ ਹੈ ਇਟ ਵਿਲ ਬੀ ਵਰਸਟ, ਵਰਸਟ ਤੋਂ ਵਰਸਟ ਹੁੰਦੀ ਜਾਏਗੀ ਉਸਦੀ, ਠੀਕ ਹੈ ਨਾ। ਤਾਂ ਜੇਕਰ ਉਹੀ ਜਦੋਂ ਉਸ ਨੂੰ ਇਸ਼ੂ ਰਿਟਰਨ ਕਰ ਰਿਹਾ ਹੈ ਤਾਂ ਉਸ ਨੂੰ ਦਿਖਦਾ ਹੈ ਕਿ ਜਿਹੜੀ ਬੁੱਕ ਹੈ ਇਹਦੀ ਕੰਡੀਸ਼ਨ ਅੱਛੀ ਨਹੀਂ ਹੈ, ਇਹ ਫਟ ਰਹੀ ਹੈ, ਤਾਂ ਉਹ ਬੁੱਕ ਸਾਈਡ ਤੇ ਰੱਖ ਲੈਂਦਾ, ਉਸ ਨੂੰ ਮੇਨਟੇਨੈਂਸ ਸੈਕਸ਼ਨ ਦੇ ਵਿੱਚ ਜਾਂ ਟੈਕਨੀਕਲ ਸੈਕਸ਼ਨ ਦੇ ਵਿੱਚ ਮੇਨਟੇਨੈਂਸ ਸੈਕਸ਼ਨ ਦੇ ਵਿੱਚ ਭੇਜ ਦਿੰਦਾ ਹੈ ਤਾਂ ਜੋ ਉਸਦੀ ਬਾਈਂਡਿੰਗ ਹੋ ਕੇ ਆ ਸਕੇ, ਮੇਨਟੇਨ ਹੋ ਕੇ ਆ ਸਕੇ ਬੁੱਕ। ਤਾਂ ਉਸ ਬੁੱਕ ਦੀ ਜਿਹੜੀ ਇੱਕ ਨਿਊ ਗਰੋਥ ਹੋ ਜਾਂਦੀ ਹੈ, ਉਹ ਬੁੱਕ ਦੀ ਜਿਹੜੀ ਇੱਕ ਨਿਊ ਲਾਈਫ ਬਣ ਜਾਂਦੀ ਹੈ, ਉਹ ਬੁੱਕ ਕਾਫੀ ਟਾਈਮ ਤੱਕ ਹੋਰ ਵੀ ਜ਼ਿਆਦਾ ਯੂਜ਼ਰਸ ਦੇ ਕੰਮ ਆਉਂਦੀ ਹੈ, ਉਹ ਹੋਰ ਬਹੁਤ ਟਾਈਮ ਤੱਕ ਜਿਹੜਾ ਸਰਵਾਈਵ ਕਰਦੀ ਹੈ। ਤਾਂ ਇਸ ਲਈ ਕਿਹਾ ਜਾਂਦਾ ਹੈ ਕਿ ਯੂਨਿਟੀ ਆਫ ਸਟਰੈਂਥ ਇਜ਼ ਮਸਟ, ਕਿਉਂਕਿ ਉਸ ਦੇ ਨਾਲ ਕੀ ਹੋਇਆ, ਉਹਨੇ ਯੂਨਿਟੀ ਦਿਖਾਈ ਕਿ ਮੈਂ ਹੀ ਜੇਕਰ ਫਾਈਂਡ ਕਰ ਲਵਾਂ ਕਿ ਬੜੀ ਕਿਹੜੀ ਬੁੱਕ ਜਿਹੜੀ ਹੈ ਫਟੀ ਹੋਈ ਹੈ ਕਿ ਮੈਂ ਉਸ ਮੇਨਟੇਨੈਂਸ ਸੈਕਸ਼ਨ ਦੇ ਵਿੱਚ ਭੇਜਦਾ, ਨਾ ਕਿ ਸੋਚਿਆ ਕਿ ਮੈਂ ਮੇਨਟੇਨੈਂਸ ਸੈਕਸ਼ਨ 'ਚ ਭੇਜਦਾ ਆਪੇ ਲੱਭਣਗੇ ਤੇ ਆਪੇ ਕਰਨਗੇ, ਤਾਂ ਇਟ ਵਿਲ ਬੀ ਨਾਟ ਗੁੱਡ। ਤਾਂ ਕਿ ਉਹ ਬੁੱਕ ਜਿਹੜੀ ਕੰਡੀਸ਼ਨ ਆ ਹੋਰ ਜ਼ਿਆਦਾ ਮਾੜੀ ਹੋ ਜਾਣੀ ਸੀ। ਤਾਂ ਜਦੋਂ ਕਹਿੰਦੇ ਆਪਸ ਦੇ ਵਿੱਚ ਮਿਲ ਕੇ ਕੰਮ ਕੀਤਾ ਜਾਂਦਾ ਹੈ, ਯਾਨੀ ਕਿ ਉਸ ਦੇ ਨਾਲ ਕੀ ਹੋ ਜਾਂਦਾ, ਇੱਕ ਤਾਂ ਸੀ ਕਿ ਕੰਮ ਵੀ ਜਿਹੜਾ ਹੈ ਉਹਦੀ ਕੰਮ ਦੀ ਜਿਹੜੀ ਹੈਗੀ ਆਪਾਂ ਕਹਿ ਦਿੰਦੇ ਆ ਵੀ ਉਹ ਘਟ ਜਾਂਦਾ, ਮਿਆਦ ਘਟ ਜਾਂਦੀ ਵੀ ਹਾਂ ਜਿਹੜਾ ਕੰਮ ਹੈ ਜਲਦੀ ਹੋ ਜਾਂਦਾ, ਉਸ ਤੇ ਸਮਾਂ ਨਹੀਂ ਲੱਗਦਾ ਹੈਗਾ। ਤਾਂ ਕਹਿੰਦੇ ਸੇਵ ਦਾ ਟਾਈਮ, ਸੇਵ ਦਾ એનર્ਜੀ, ਦੋਨੋਂ ਹੀ ਚੀਜ਼ਾਂ ਜਿਹੜੀਆਂ એનર્ਜੀ ਸੇਵ ਕਰਦੀਆਂ, ਟਾਈਮ ਵੀ ਸੇਵ ਹੁੰਦਾ। ਥਰਡਲੀ ਜਿਹੜੀ ਮੇਨ ਚੀਜ਼ ਹੈ ਆਪਸੀ ਜਿਹੜੀ ਹੈ ਅੰਡਰਸਟੈਂਡਿੰਗ ਵੱਧ ਜਾਂਦੀ ਹੈ, ਬਾਉਂਡੇਸ਼ਨ ਵੱਧ ਜਾਂਦੀ ਹੈ ਕਿ ਹਾਂ ਉਸਨੇ ਮੇਰਾ ਕੰਮ ਕਰਵਾਇਆ। ਤਾਂ ਜੇਕਰ ਉਹ ਬਿਜ਼ੀ ਹੈ ਦੈਨ ਹੀ ਇਜ਼ ਫੇਸਿੰਗ ਬਰਡਨ, ਮਤਲਬ ਬਰਡਨ ਨੂੰ ਫੇਸ ਕਰ ਰਿਹਾ ਹੈ, ਫੀਲ ਕਰ ਰਿਹਾ ਹੈ, ਤਾਂ ਉਹ ਉਸ ਦੀ ਵੀ ਬਰਡਨ ਘਟਾਉਣ ਦੀ ਕੋਸ਼ਿਸ਼ ਕਰੇਗਾ। ਬਟ ਇਫ ਯੂ ਆਰ ਟ੍ਰਾਈਂਗ ਟੂ ਮੇਕ ਅ ਬਰਡਨ ਔਨ ਐਨੀ ਪਰਸਨ ਦੈਨ ਹੀ ਵਿਲ ਆਲਸੋ ਟ੍ਰਾਈ ਟੂ ਮੇਕ ਅ ਬਰਡਨ ਔਨ ਯੂਅਰਸੈਲਫ, ਤੁਹਾਡੇ ਤੇ ਵੀ ਉਹ ਬਰਡਨ ਲਾਉਣ ਦੀ ਗੱਲ ਕਰੇਗਾ। ਤਾਂ ਇਸ ਲਈ ਯੂਨਿਟੀ ਆਫ ਸਟਰੈਂਥ ਦਾ ਕਹਿਣ ਦਾ ਭਾਵ ਹੈ ਕਿ ਆਪਸੀ ਜਦੋਂ ਤੁਹਾਡੀ ਏਕਤਾ ਹੁੰਦੀ ਹੈ ਤਾਂ ਉਹ ਜਿਹੜੀ ਚੀਜ਼ ਆ ਉਹ ਗਰੋ ਕਰਦੀ ਹੈ। ਤਾਂ ਇਸੇ ਤਰੀਕੇ ਨਾਲ ਬੇਟੇ ਹੁਣ ਆਪਾਂ ਹੈਨਰੀ ਫਾਇਲ ਦੇ ਪ੍ਰਿੰਸੀਪਲਸ ਕੀਤੇ ਨੇ, ਉਸਨੇ ਇੱਕ ਸਾਇੰਟਿਫਿਕ ਜਿਹੜੇ ਵਿਗਿਆਨਿਕ ਤੌਰ ਤੇ ਜਿਹੜੇ ਪ੍ਰਬੰਧ ਦੇ ਜਿਹੜੇ ਸਿਧਾਂਤ ਦਿੱਤੇ ਨੇ, ਤਾਂ ਉਸ ਦੇ ਹਿਸਾਬ ਨਾਲ ਜਿਹੜੇ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਜਿਹੜੇ 14 ਪ੍ਰਿੰਸੀਪਲਸ ਨੇ ਕਿਸੇ ਵੀ ਇੰਸਟੀਚਿਊਟ ਦੇ ਵਿੱਚ ਜਦੋਂ ਪ੍ਰਿੰਸੀਪਲਸ ਦੀ ਕਿਸੇ ਵੀ ਇੰਸਟੀਚਿਊਟ ਦੀ ਮੈਨੇਜਮੈਂਟ ਦੀ ਗੱਲ ਆਉਂਦੀ ਹੈ, ਚਾਹੇ ਉਹ ਲਾਇਬ੍ਰੇਰੀ ਮੈਨੇਜਮੈਂਟ ਹੈ, ਚਾਹੇ ਆਫਿਸ ਮੈਨੇਜਮੈਂਟ ਹੈ, ਕਿਸੇ ਵੀ ਤਰ੍ਹਾਂ ਦੀ ਮੈਨੇਜਮੈਂਟ ਦੀ ਗੱਲ ਆਉਂਦੀ ਹੈ, ਤਾਂ ਇਹਨਾਂ 14 ਦੇ 14 ਪ੍ਰਿੰਸੀਪਲਸ ਨੂੰ ਪਹਿਲਾਂ ਸਟੱਡੀ ਕੀਤਾ ਜਾਂਦਾ, ਇਹਨਾਂ ਦਾ ਅਧਿਐਨ ਕੀਤਾ ਜਾਂਦਾ, ਉਸ ਤੋਂ ਬਾਅਦ ਹੀ ਜਿਹੜੀ ਹੈ ਸਾਰੀ ਚੀਜ਼ ਦੀ ਇੱਕ ਪਿਕਚਰ ਕਲੀਅਰ ਹੁੰਦੀ ਹੈ, ਤਾਂ ਜਾ ਕੇ ਕਿਤੇ ਇੱਕ ਪ੍ਰੋਜੈਕਟ ਬਣਦਾ ਹੈ, ਉਸ ਪ੍ਰੋਜੈਕਟ ਦੇ ਉੱਤੇ ਫਿਰ ਇਹ ਲਾਗੂ ਕੀਤਾ ਜਾਂਦਾ ਹੈ। ਠੀਕ ਹੈ ਬੇਟਾ ਜੀ, ਇੱਥੇ ਹੀ ਜਿਹੜਾ ਇਹ ਲੈਕਚਰ ਆਪਣਾ ਹੈ ਕੰਪਲੀਟ ਹੁੰਦਾ ਹੈ। ਕੰਕਲੂਜਨ ਦੇ ਵਿੱਚ ਮੈਂ ਤੁਹਾਨੂੰ ਇਹੀ ਕਹੂੰਗੀ, ਜੇ ਹੁਣ ਆਪਾਂ ਕੰਕਲੂਜਨ ਦੀ ਗੱਲ ਕਰੀਏ, ਬੇਟੇ ਮੈਂ ਤੁਹਾਨੂੰ ਆ ਮਿਟੇਰੀ ਨਹੀਂ ਹੈ ਕਿਉਂਕਿ ਇਹਨਾਂ ਨੂੰ ਮੈਂ ਫਿਰ ਦੁਬਾਰਾ ਦੱਸ ਰਹੀ ਹਾਂ, ਜਿਹੜਾ ਮੇਨ ਕੰਕਲੂਜਨ ਹੈ ਸਾਡਾ। ਠੀਕ ਹੈ ਜੀ, ਕੰਕਲੂਜਨ ਦੀ ਗੱਲ ਕਰੀਏ ਤਾਂ ਕੰਕਲੂਜਨ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਲਾਇਬ੍ਰੇਰੀ ਮੈਨੇਜਮੈਂਟ ਦੇ ਲਈ ਜਿਹੜੀ ਉਹਨਾਂ ਦੁਆਰਾ ਬਣਾਏ ਹੋਏ ਸਿਧਾਂਤ ਨੇ, ਕੋਆਰਡੀਨੇਸ਼ਨ ਜਾਂ ਕੋਆਰਡੀਨੇਸ਼ਨ ਕਹਿ ਲਓ, ਜਿੰਨੇ ਵੀ ਉਹਨਾਂ ਦੇ ਆਪਦੇ ਜਿਹੜੇ ਬਣੇ ਹੋਏ ਸਿਧਾਂਤ ਨੇ, ਉਸ ਤੋਂ ਇਲਾਵਾ ਜਿਹੜੇ ਸਾਇੰਟਿਫਿਕ ਮੈਨੇਜਮੈਂਟ ਦੇ ਦੁਆਰਾ ਪ੍ਰਿੰਸੀਪਲ ਬਣਾਏ ਗਏ ਨੇ, ਸਿਧਾਂਤ ਬਣਾਏ ਹੋਏ ਨੇ, ਸਾਇੰਟਿਫਿਕ ਮੈਨੇਜਮੈਂਟ ਦੇ ਸਿਧਾਂਤ ਕਿਹਦੇ ਦੁਆਰਾ ਬਣਾਏ ਹੈਨਰੀ ਫਾਇਲ, ਉਹਨਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਂਦਾ ਹੈ, ਤਾਂ ਜੋ ਇੱਕ ਲਾਇਬ੍ਰੇਰੀ, ਸਮਾਲ ਲਾਇਬ੍ਰੇਰੀ ਦੇ ਵਿੱਚ ਤਾਂ ਬਹੁਤ ਕੁਝ ਜਿਹੜਾ ਹੈ ਸਮਾਲ ਲਾਇਬ੍ਰੇਰੀ ਵਿੱਚ ਇੱਕ ਲਾਇਬ੍ਰੇਰੀ ਨਹੀਂ ਕਰ ਲੈਂਦਾ ਹੈ, ਪਰ ਜਿਹੜੀਆਂ ਬਿਗ ਲਾਇਬ੍ਰੇਰੀਜ਼ ਨੇ ਜਾਂ ਸੈਂਟਰਲ ਲਾਇਬ੍ਰੇਰੀਜ਼ ਨੇ ਉਹਨਾਂ ਦੇ ਵਿੱਚ ਇਹਨਾਂ ਸਾਰੇ ਹੀ ਪੁਆਇੰਟਸ ਨੂੰ ਜ਼ਰੂਰ ਸਟੱਡੀ ਕੀਤਾ ਜਾਂਦਾ। ਉਸ ਤੋਂ ਬਾਅਦ ਹੀ ਲਾਇਬ੍ਰੇਰੀ ਦੀ ਜਿਹੜੀ ਹੈ ਮੈਨੇਜਮੈਂਟ ਕੀਤੀ ਜਾਂਦੀ ਹੈ। ਲਾਇਬ੍ਰੇਰੀ ਦੀ ਮੈਨੇਜਮੈਂਟ ਕਰਨ ਦੇ ਲਈ ਉਸ ਲਾਇਬ੍ਰੇਰੀ ਦੇ ਵਰਕ ਦਾ ਡਿਵਾਈਡ ਕਰਨਾ ਜ਼ਰੂਰੀ ਹੋ ਜਾਂਦਾ ਹੈ। ਇੱਕ ਲਾਇਬ੍ਰੇਰੀਅਨ ਨੂੰ ਹੀ ਜਿਹੜੀ ਰਿਸਪੌਂਸਿਵ ਅਥਾਰਟੀ ਦਿੱਤੀ ਜਾਣੀ ਚਾਹੀਦੀ ਹੈ
ਡਿਵਾਈਡ ਕਰ ਸਕੇ,